ਉਹ ਬੰਦੇ ਵੀ ਹੈਗੇ ਨੇ ਜੋ ਸਿਆਸੀ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਨੇ। ਉਹ ਕਿਸਾਨੀ ਨਾਂ ਹੇਠ ਆਪਣੇ ਇਕੱਠ ਕਰ ਰਹੇ ਨੇ, ਫੋਟੋਆਂ ਬੈਨਰਾਂ 'ਤੇ ਉਹ ਆਪਣੀ ਲਾ ਰਹੇ ਨੇ ਅਤੇ ਇਕੱਠ ਉਹਦੇ 'ਚ ਕਿਸਾਨ ਆਗੂਆਂ ਨੂੰ ਮੁੱਖ ਰੱਖ ਕੀਤਾ ਜਾ ਰਿਹਾ। ਦੇਖੋ ਅੰਦਰ ਖਤੇ ਉਹਨਾਂ ਦੀ ਰਾਜਨੀਤੀ ਹੋ ਸਕਦੀ ਹੈ, ਮੈਂ ਵੀ ਨਹੀਂ ਮੁੱਕਰਦਾ। ਉਹਨਾਂ ਦਾ ਕੋਈ ਰਾਜਨੀਤਿਕ ਏਜੰਡਾ ਨਹੀਂ ਅਸੀਂ ਉੱਥੋਂ ਬੋਲਣ ਦਿੰਦੇ। ਬਾਕੀ ਦੇ ਸਾਡੇ ਆਪਣੇ ਅੰਦੋਲਨ ਦੀ ਗੱਲ ਬੋਲੀ ਜਾਂਦੀ ਹੈ। ਕੋਈ ਰਾਜਨੀਤਿਕ ਬੰਦਾ ਉਹਨਾਂ ਦਾ ਅਸੀਂ ਸਟੇਜ 'ਤੇ ਨਹੀਂ ਬੈਠਣ ਦਿੰਦੇ ਵੀ ਬੈਠੋ ਕੋਈ ਕਿਸੇ ਪਾਰਟੀ ਇਕੱਠ ਕਰਾਉਂਦੀ ਹੋਵੇ ਵੀ। ਇਸ ਕਰਕੇ ਉਹ ਗੱਲ ਸਾਡੇ ਇਕੱਲੇ ਕਿਸਾਨ ਲੀਡਰ ਹੁੰਦੇ ਨੇ, ਕਿਸਾਨਾਂ ਦੀ ਗੱਲ ਕਰਦੇ ਆ ਜਾਂ ਮਜ਼ਦੂਰਾਂ ਦਾ ਲੀਡਰ ਆ ਸਕਦਾ ਹੈਗਾ। ਕਿਸਾਨੀ ਅੰਦੋਲਨ ਤੋਂ ਬਾਅਦ ਦੀ ਗੱਲ ਜੇਕਰ ਚਾਹੇ ਤੁਸੀਂ ਪੰਜਾਬ ਤੌਰ 'ਤੇ ਦੇਖ ਲਓ, ਹਿੰਦੁਸਤਾਨ ਪੱਧਰ 'ਤੇ ਦੇਖ ਲਓ ਕਿ ਖੇਤੀ ਕਿਸਾਨੀ ਉੱਤੇ, ਖੇਤੀ ਕਰਜ਼ੇ ਉੱਤੇ ਲੀਕ ਮਾਰਨ ਲਈ ਐਡਾ ਹੀ ਵੱਡਾ ਅੰਦੋਲਨ ਖੜਾ ਕਰਕੇ ਕਿਸਾਨ ਜਥੇਬੰਦੀਆਂ ਲੜਾਈ ਲੜਨਗੀਆਂ। ਮੇਰਾ ਖਿਆਲ ਹੈ ਲੜਾਈ ਅੱਜ ਦੀ ਨਹੀਂ ਲੜਦੇ। ਕਰਜ਼ੇ ਦੀ ਲੜਾਈ ਤਾਂ ਰੁੱਦੂ ਸਿੰਘ 1982 ਤੋਂ ਲੱਗਿਆ ਹੋਇਆ ਹੈਗਾ ਵੀ ਕਿਸਾਨਾਂ ਸਿਰੋਂ ਕਰਜ਼ਾ ਖਤਮ ਹੋਵੇ। ਇਹ ਤਿੰਨੇ ਭਾਗਵੇਂ ਕਾਨੂੰਨ ਵੀ ਰੱਦ ਹੋ ਜਾਂਦੇ ਨੇ, ਸਾਡੀ ਲੜਾਈ ਫਿਰ ਵੀ ਨਹੀਂ ਮੁੱਕਦੀ। ਮੈਂ ਤੁਹਾਡਾ ਇੱਕ ਵਾਅਦਾ ਕਰਕੇ ਜਾਂਦਾ ਇੱਕ ਗੱਲ ਦਾ, ਇਹ ਸਾਡਾ ਸੰਗਠਨ ਨਹੀਂ ਟੁੱਟਦਾ। ਜੰਗ ਦੇ ਵਿੱਚ ਕਦੇ ਸਤਾ ਬਾਰੇ ਨਹੀਂ ਸੋਚਿਆ ਜਾਂਦਾ। ਜਦੋਂ ਜੰਗ ਲੱਗੀ ਹੈ, ਇੱਕ ਜੰਗ ਆ ਦੋ ਜਮਾਤਾਂ ਦੀ, ਕਰੋ ਅਰ ਮਰੋ ਵਾਲੀ ਲੜਾਈ ਹੈ। ਅਸੀਂ ਸਤਾ ਬਾਰੇ ਸੋਚੀ ਜਾਈਏ, ਸਵਾਲ ਨਹੀਂ ਪੈਦਾ ਫਿਰ ਜੰਗ ਕਿਵੇਂ ਜਿੱਤ ਜਾਂਗੇ। ਦੱਸ ਦੇਣਾ ਜੇ ਤੁਸੀਂ ਵਾਪਸੀ ਕਬੂਲ ਚੁੱਕੇ ਹੋ, ਜੇਕਰ ਦੀਪ ਸਿੱਧੂ ਬਾਹਰ ਆਉਂਦੇ ਨੇ ਤਾਂ ਫਿਰ ਕਿਵੇਂ ਸੰਯੁਕਤ ਮੋਰਚੇ ਦਾ ਕੀ ਪ੍ਰਤੀਕਰਮ ਰਹੂਗਾ ਦੀਪ ਸਿੱਧੂ ਬਾਰੇ? ਲੱਖੇ ਸਿਧਾਣੇ ਦਾ ਅਤੇ ਦੀਪ ਸਿੱਧੂ ਦਾ ਦਿਨ ਰਾਤ ਦਾ ਫਰਕ ਹੈ। ਲੱਖਾ ਸਿਧਾਣਾ ਚਾਹੇ ਪਹਿਲਾਂ ਦੂਜੇ ਲੋਟ ਲੜਦਾ ਸੀ, ਫਿਰ ਸਮਾਜ ਸੇਵਕ ਬਣਿਆ, ਫਿਰ ਉਹ ਸਾਡੇ ਇੱਥੇ ਅੰਦੋਲਨਾਂ 'ਚ ਬੋਲਦਾ ਵੀ ਰਿਹਾ। ਉਹ ਇੱਕ ਆਪਦਾ ਕਹਿ ਦਈਏ ਵੱਡਾ ਕਾਰੋਬਾਰ ਛੱਡ ਕੇ ਜਦੋਂ ਇੱਥੇ ਲੜਾਈ ਸ਼ੁਰੂ ਹੋ ਗਈ ਉਦੋਂ ਆਇਆ। ਪੰਜਾਬ ਦੀ ਇਲੈਕਸ਼ਨ, ਵਿਧਾਨ ਸਭਾ ਇਲੈਕਸ਼ਨ ਦੇ ਵਿੱਚ 8.5 ਮਹੀਨੇ ਦਾ ਸਮਾਂ, ਤੁਸੀਂ ਕੈਪਟਨ ਅਮਰਿੰਦਰ ਦੇ ਖਿਲਾਫ ਧਰਨਾ ਲਾਓਗੇ? ਅਸੀਂ ਲੜਾਈ ਲੜਾਂਗੇ। ਜੇ ਕੈਪਟਨ ਗਲਤ ਕਦਮ ਚੁੱਕੂਗਾ ਅਸੀਂ ਕੋਈ ਲਿਹਾਜ਼ ਕਿਸੇ ਨਾਲ ਨਹੀਂ ਲਿਹਾਜ਼ ਰੱਖਦੇ। ਦੇਖੋ ਕੈਪਟਨ ਸਾਹਿਬ ਨੂੰ ਅਸੀਂ ਇੱਕ ਗੱਲ ਕਹੀ, ਕੈਪਟਨ ਨੇ ਇੱਕ ਸਾਡੀ ਗੱਲ ਮੰਨੀ ਹੈ। ਉਹਨੂੰ ਸੀ ਕਿ ਤੂੰ ਵਿਧਾਨ ਸਭਾ 'ਚ ਮਤਾ ਪਾ ਦੇ, ਮੈਂ ਇਹ ਕਾਨੂੰਨ ਰੱਦ ਕਰਤੇ, ਉਹਨੇ ਕਰਤੇ। ਦੇਖੋ ਗੱਲ ਹੈ ਹੁਣ ਜੇ ਰੱਦ ਕਰਤੇ ਹਜੇ ਉਹ ਸਾਡੇ ਕੋਈ ਖਿਲਾਫ ਕਦਮ ਨਹੀਂ ਚੁੱਕਦਾ ਤਾਂ ਫਿਰ ਅਸੀਂ ਐਵੇਂ ਗਾਲਾਂ ਕੱਢੀਏ। ਮੈਂ ਸਮਝ ਨਹੀਂ ਕਹਿੰਦਾ ਗੱਲ ਨੂੰ। ਜੇ ਕੈਪਟਨ ਸਾਹਿਬ ਕਰ ਉਹਦੇ ਮਗਰ ਪੈ ਜਾਵਾਂਗੇ, ਜੇ ਬਾਦਲ ਕੇ ਆਈ ਤੇ ਉਹਨਾਂ ਮਗਰ ਰਹਿ ਹੀ ਰਹੇ ਹਾਂ, ਮਗਰ ਕਿਤੇ ਰਹੇ ਹਾਂ। ਸਾਡੀ ਲਿਹਾਜ਼ ਕਿਸੇ ਨਾਲ ਨਹੀਂ ਸਾਡਾ ਸੰਘਰਸ਼। ਨਹੀਂ, ਆਪਦੀ ਸਰਕਾਰ ਨੂੰ ਬਚਾਉਣ ਵਾਸਤੇ 100 ਬੰਦਾ 100 ਕਦਮ ਚੁੱਕਦਾ ਹੈਗਾ। ਅਸੀਂ ਆਪਦੇ ਅੰਦੋਲਨ ਨੂੰ ਬਚਾਉਣ ਵਾਸਤੇ 1000 ਕਦਮ ਚੁੱਕਾਂਗੇ। ਜਿਹਨੇ ਸਰਕਾਰ ਉਹ ਜਿਹੜੇ ਅੰਦੋਲਨ ਚਲਾਉਣਾ ਉਹਨੂੰ ਪਤਾ ਹੁੰਦਾ, ਜਿਹਨੇ ਸਰਕਾਰ ਚਲਾਉਣੀ ਆ ਉਹਨੂੰ ਪਤਾ ਹੁੰਦਾ। ਉਹ 100 ਵਾਰਾਂ ਸੋਚੂਗਾ। ਇਹ ਨਹੀਂ ਮੈਂ ਕਹਿੰਦਾ ਵੀ ਇਹ ਸਰਕਾਰ ਨਾਲ, ਸੈਂਟਰ ਸਰਕਾਰ ਨਾਲ ਮਿਲ ਕੇ ਚੱਲਦਾ ਕੈਪਟਨ, ਇਹ ਮੈਂ ਨਾ ਗੱਲ ਕਹਾਂ, ਪਰ ਆਪਦੀ ਸਰਕਾਰ ਨੂੰ ਬਚਾਉਣ ਵਾਸਤੇ 100 ਕੁਛ ਕਰਨਾ ਪਊਗਾ। ਮਮਤਾ ਹੋਰਾਂ ਨੇ ਆਪਣੀਆਂ ਵੱਡੀਆਂ ਰੈਲੀਆਂ ਕੈਂਸਲ ਕਰਤੀਆਂ ਕਰੋਨਾ ਨੂੰ ਲੈ ਕੇ, ਪਰ ਉਹ ਤਾਂ ਫਿਰ ਸੈਂਟਰ ਦੇ ਬਿਲਕੁਲ ਖਿਲਾਫ ਹੈ ਮਮਤਾ। ਆਹੋ ਮੇਰੇ ਦੇਖੋ ਉਹਨੇ ਇੱਕ ਆਪਦੀ ਸਮਝ ਰੱਖਦਾ, ਕੋਈ ਰਾਜਨੀਤਿਕ ਬੰਦਾ ਹੈਗਾ। ਉੱਥੇ ਇਹ ਵਿਰੋਧ ਹੁੰਦਾ ਹੋਵੇ ਲੋਕਾਂ ਦਾ ਵੀ ਇਹਨਾਂ ਨੂੰ ਆਪਦੀਆਂ ਵੋਟਾਂ ਦੀ ਬਣੀ ਹੈ, ਲੋਕ ਮਰ ਰਹੇ ਨੇ ਜੀ, ਬਿਮਾਰੀ ਆ ਰਹੀ ਹੈ, ਇਹਨਾਂ ਨੇ ਆਪਦਾ ਰਾਜਨੀਤਿਕ ਫਾਇਦਾ ਸੋਚਣਾ ਵੀ ਕੀ ਸਾਨੂੰ ਕੈਂਸਲ ਕਰਨ 'ਚ ਫਾਇਦਾ ਹੈ ਕਿ ਸਾਨੂੰ ਵੱਡੀ ਰੈਲੀ ਕਰਨ 'ਚ ਫਾਇਦਾ ਹੈਗਾ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਲੰਮਾ ਸਮਾਂ ਹੋ ਗਿਆ ਕਿਸਾਨੀ ਅੰਦੋਲਨ ਨੂੰ, ਕਿਸਾਨੀ ਘੋਲ ਨੂੰ ਚੱਲਦਿਆਂ, ਪਰ ਬੀਤੇ ਕੁਝ ਦਿਨਾਂ ਤੋਂ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਕਿ ਅਸੀਂ ਓਪਰੇਸ਼ਨ ਕਲੀਨ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਚੁਕਵਾ ਦੇਵਾਂਗੇ। ਇਹਨਾਂ ਓਪਰੇਸ਼ਨਾਂ ਦਾ ਪੰਜਾਬ ਨਾਲ, ਪੰਜਾਬ ਦੀ ਜਨਤਾ ਦੇ ਨਾਲ ਬੜਾ ਪੁਰਾਣਾ ਸੰਬੰਧ ਹੈ। ਕਿਸੇ ਵੇਲੇ ਸਮਾਂ ਸੀ ਓਪਰੇਸ਼ਨ ਬਲੂ ਸਟਾਰ ਹੋਇਆ ਸੀ, ਉਸ ਤੋਂ ਬਾਅਦ ਓਪਰੇਸ਼ਨ ਬਲੈਕ ਥੰਡਰ ਸੀ ਜੀ। ਉਹਨਾਂ ਓਪਰੇਸ਼ਨਾਂ ਦਾ ਪੰਜਾਬ ਨੇ ਇੱਕ ਲੰਮਾ ਸਮਾਂ ਸੰਤਾਪ ਭੋਗਿਆ। ਅਤੇ ਅੱਜ ਕਿਸਾਨੀ ਅੰਦੋਲਨ ਕਿੱਥੇ ਖੜਾ, ਅੱਗੇ ਸਟ੍ਰੈਟਜੀ ਕੀ ਹੋਊਗੀ, ਰਣਨੀਤੀ ਕੀ ਹੋਊਗੀ, ਇਹ ਜਾਣਨ ਲਈ ਸਾਡੇ ਸਟੂਡੀਓ ਦੇ ਵਿੱਚ ਰੁਲਦੂ ਸਿੰਘ ਮਾਨਸਾ ਨੇ। ਮਾਨਸਾ ਸਾਹਿਬ ਤੋਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਕਿਵੇਂ ਤੁਸੀਂ ਇਸ ਅੰਦੋਲਨ ਨੂੰ ਦੇਖਦੇ ਹੋ? ਅੰਦੋਲਨ ਠੀਕ ਚੱਲ ਰਿਹਾ ਆਪਣਾ, ਕੋਈ ਗੱਲ ਨਹੀਂ। ਥੋੜ੍ਹਾ ਜਿਹਾ ਹਾੜੀ ਦੇ ਵੇਲੇ 5-7 ਦਿਨ ਦਿੱਕਤ ਆਈ ਸੀਗੀ ਕਿ ਉਹ ਅਨਾਜ ਵੀ ਇਕੱਠਾ ਕਰਨਾ ਹੈਗਾ। 5 ਕੁ ਦਿਨਾਂ 'ਚ ਤੂੜੀ ਦਾ ਇਕੱਲੀ ਤੂੜੀ ਰਹਿ ਗਈ, ਕਣਕ ਤਾਂ ਵੱਢੀ ਗਈ। 5 ਕੁ ਦਿਨਾਂ ਕੰਮ ਨਿਬੜ ਜੂਗਾ। ਉੱਥੇ ਪਹਿਲਾਂ ਵੀ ਹੈਗੇ ਨੇ, ਕੋਈ ਬੰਦਿਆਂ ਦਾ ਕੋਈ ਤੋੜਾ ਨਹੀਂ ਪਿਆ। ਪੂਰੇ ਸਾਰੇ ਕਿਸੇ ਟਾਲੀ 5 ਨੇ, ਕਿਸੇ 10 ਨੇ, ਵੱਧ ਤੋਂ ਵੱਧ ਕਿਸੇ 'ਚ 15 ਨੇਗੇ। ਉਹ ਉੱਥੇ ਚੱਲ ਉਹ ਜੇਕਰ ਸਟੇਜਾਂ ਚੱਲਦੀਆਂ, ਸਾਰਾ ਕੁਛ ਬਹੁਤ ਵਧੀਆ ਚੱਲੀ ਜਾਂਦਾ ਹੈਗਾ। ਜੋ ਪੰਜਾਬ ਦੇ ਵਿੱਚ ਕਿਸਾਨ ਰੈਲੀਆਂ ਕਰ ਰਹੇ ਨੇ ਅਲੱਗ-ਅਲੱਗ ਥਾਵਾਂ 'ਤੇ, ਅਸਲ ਦੇ ਵਿੱਚ ਇਹਨਾਂ ਰੈਲੀਆਂ ਦਾ ਮਨੋਰਥ ਕੀ ਹੈ? ਤੁਹਾਨੂੰ ਲੱਗਦਾ ਕਿ ਕਿਸਾਨ ਆਗੂਆਂ ਨੂੰ ਖਾਸ ਕਰਕੇ ਅਜਿਹਾ ਸਮਾਂ ਆ ਗਿਆ ਦਿੱਲੀ ਆਪਣੇ ਮੋਰਚੇ ਨੂੰ ਸਾਂਭਣਾ ਚਾਹੀਦਾ ਜਾ ਕੇ, ਕਿਉਂਕਿ ਪੰਜਾਬ ਦੀ ਜਨਤਾ ਤਾਂ ਪਹਿਲਾਂ ਹੀ ਅਵੇਅਰ ਹੈ ਇਹਨਾਂ ਮੋਰਚਿਆਂ 'ਤੇ? ਨਹੀਂ, ਉਹ ਸਾਡਾ ਬਾਕਾਇਦੇ ਬਹਿਸ ਹੋਈ ਸੀਗੀ ਸੰਯੁਕਤ ਮੋਰਚੇ ਦੇ ਵਿੱਚ ਵੀ, ਅਤੇ ਸਾਡੀਆਂ 32 ਜਥੇਬੰਦੀਆਂ 'ਚ ਵੀ ਆਪਾਂ ਨੂੰ ਉੱਥੇ ਜਾਣਾ ਨਹੀਂ ਚਾਹੀਦਾ। ਅਸੀਂ ਫਿਰ ਉੱਥੇ ਇਹ ਕਹਿਤਾ ਸੀ ਜਿਹੜੇ ਲੀਡਰਾਂ ਨੂੰ ਲੋਕ ਬਾਹਰ ਸੱਦਦੇ ਨੇ ਵੀ ਜੇ ਤਾਂ ਅਸੀਂ ਜਾਂਦੇ ਇੱਥੋਂ ਕੰਮ ਛੱਡ ਕੇ ਵੀ 10 ਦਿਨ ਅਸੀਂ ਰੈਲੀ ਇਕੱਠੀ ਕਰਨ 'ਤੇ ਲਾਉਂਦੇ ਲੋਕਾਂ ਦੇ, ਫਿਰ ਤਾਂ ਮਾੜੀ ਗੱਲ ਵੀ ਜੇ ਲੋਕ ਆਪੇ ਸੱਦਦੇ ਨੇ, ਆਪਦਾ ਪੈਸਾ ਖਰਚ ਕਰਦੇ ਨੇ, ਫਿਰ ਆਪਾਂ ਕਿਉਂ ਨਾ ਆਪਣੇ ਮੋਰਚੇ ਦੀ ਗੱਲ ਦੱਸਿਆ ਜਾਈਏ ਜਾ ਕੇ। ਇਸ ਗੱਲ 'ਤੇ ਫਿਰ ਅਸੀਂ ਉਹਨਾਂ ਨੂੰ ਸਹਿਮਤ ਵੀ ਕਰ ਲਈ ਸੀ ਗੱਲ 'ਤੇ। ਮਾਨਸਾ ਜੀ, ਇੱਕ ਗੱਲ ਹੈ, ਕਈ ਉਹ ਬੰਦੇ ਵੀ ਹੈਗੇ ਨੇ ਜੋ ਸਿਆਸੀ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਨੇ। ਉਹ ਕਿਸਾਨੀ ਨਾਂ ਹੇਠ ਆਪਣੇ ਇਕੱਠ ਕਰ ਰਹੇ ਨੇ, ਫੋਟੋਆਂ ਬੈਨਰਾਂ 'ਤੇ ਉਹ ਆਪਣੀ ਲਾ ਰਹੇ ਨੇ ਅਤੇ ਇਕੱਠ ਉਹਦੇ 'ਚ ਕਿਸਾਨ ਆਗੂਆਂ ਨੂੰ ਮੁੱਖ ਰੱਖ ਕੀਤਾ ਜਾ ਰਿਹਾ।
ਦੇਖੋ ਅੰਦਰ ਖਤੇ ਉਹਨਾਂ ਦੀ ਰਾਜਨੀਤੀ ਹੋ ਸਕਦੀ ਹੈ, ਮੈਂ ਗੱਲ ਤੋਂ ਮੈਂ ਵੀ ਨਹੀਂ ਮੁੱਕਰਦਾ। ਉਹਨਾਂ ਦਾ ਕੋਈ ਰਾਜਨੀਤਿਕ ਏਜੰਡਾ ਨਹੀਂ ਅਸੀਂ ਉੱਥੋਂ ਬੋਲਣ ਦਿੰਦੇ। ਬਾਕੀ ਦੇ ਸਾਡੇ ਆਪਣੇ ਅੰਦੋਲਨ ਦੀ ਗੱਲ ਬੋਲੀ ਜਾਂਦੀ ਹੈ। ਕੋਈ ਰਾਜਨੀਤਿਕ ਬੰਦਾ ਉਹਨਾਂ ਦਾ ਅਸੀਂ ਸਟੇਜ 'ਤੇ ਨਹੀਂ ਬੈਠਣ ਦਿੰਦੇ ਵੀ ਕੋਈ ਬੈਠੂ ਕੋਈ ਕਿਸੇ ਪਾਰਟੀ ਇਕੱਠ ਕਰਾਉਂਦੀ ਹੋਵੇ ਵੀ। ਇਸ ਕਰਕੇ ਉਹ ਗੱਲ ਸਾਡੇ ਇਕੱਲੇ ਕਿਸਾਨ ਲੀਡਰ ਹੁੰਦੇ ਨੇ, ਕਿਸਾਨਾਂ ਦੀ ਗੱਲ ਕਰਦੇ ਆ ਜਾਂ ਮਜ਼ਦੂਰਾਂ ਦਾ ਲੀਡਰ ਆ ਸਕਦਾ ਹੈਗਾ ਜਾਂ ਕੋਈ ਵਧੀਆ ਗੱਲ ਕਰਨ ਵਾਲਾ ਲੀਡਰ ਆ ਸਕਦਾ। ਕਈ ਸਾਡੇ 'ਚੋਂ ਵੀ ਰਾਏ ਦੇਣ ਨੂੰ ਜਾਂਦੇ ਨੇ ਜਿਹੜੇ ਸਾਡੇ ਬਾਹਰੋਂ ਹਮਾਇਤ ਕਰਦੇ ਨੇ ਕਿ ਵੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ, ਫਲਾਨਾ ਕਰਨਾ ਚਾਹੀਦਾ। ਉਹਦਾ ਵੀ ਅਸੀਂ ਜਵਾਬ ਦਿੰਦੇ ਹਾਂ ਵੀ ਨਹੀਂ, ਇੱਧਰ ਨੂੰ ਅਸੀਂ ਕਿਸੇ ਨਹੀਂ ਜਾਣਾ। ਇਹਦੇ ਨਾਲ ਨਾ ਸਾਡੇ ਅੰਦੋਲਨ ਦਾ ਪ੍ਰਚਾਰ ਜਾਂਦਾ ਹੈ। ਮਤਲਬ ਇਹ ਮੰਨ ਲੈਣਾ ਚਾਹੀਦਾ ਸਾਨੂੰ। ਘਰ ਘਰੋਂ ਕੱਲ੍ਹ 15,000 ਦਾ ਇਕੱਠ ਸੀਗਾ। 15,000 ਦੇ ਇਕੱਠ ਦੇ ਹੱਥ ਖੜ੍ਹੇ ਕਰਾਏ ਨੇ ਵੀ ਤੁਸੀਂ ਉੱਥੇ ਆਉਣਾ। ਇਸ ਤੋਂ ਬਾਅਦ ਲੋਕਾਂ ਨੇ ਹੱਥ ਖੜ੍ਹੇ ਕਰੇ ਨੇ। ਜੇ 15 ਨਹੀਂ ਆਊਗਾ 5,000 ਬੰਦਾ ਤਾਂ ਉੱਥੇ ਉਹਨਾਂ 'ਚੋਂ ਆਊਗਾ ਨਾ ਯਾਰ, ਕਹੇਗਾ ਵੀ ਜਾਣਾ ਚਾਹੀਦਾ ਹੈਗਾ ਵੀ। ਉਹ ਕੋਈ ਨੁਕਸਾਨ ਨਹੀਂ। ਹੁਣ ਇੱਕ ਕੰਪਨੀ 1 ਰੁਪਏ ਦੀ ਚੀਜ਼ ਤਿਆਰ ਕਰਦੀ ਹੈ, 9 ਰੁਪਏ ਉਹ 'ਤੇ ਪ੍ਰਚਾਰ 'ਤੇ ਲਾਉਂਦੀ ਹੈ, 20 ਦੀ ਉਹਨੂੰ ਵੇਚਦੀ ਹੈ। ਹੁਣ ਸਾਡਾ ਲੋਕ ਜੇ ਪ੍ਰਚਾਰ ਕਰਦੇ ਨੇ, ਮੈਂ ਕਹਿੰਦਾ ਕਿਉਂ ਮਾੜਾ? ਜਮ ਸਵਾਲ ਹੀ ਨਹੀਂ ਪੈਦਾ ਮਾੜਾ ਹੁੰਦਾ। ਇਕੱਲੇ ਪੰਜਾਬ 'ਚ ਨਹੀਂ, ਰਾਜਸਥਾਨ 'ਚ ਵੱਡੀਆਂ ਰੈਲੀਆਂ ਹੋਈਆਂ ਨੇਗੀਆਂ, ਆਪਣਾ ਯੂਪੀ 'ਚ ਵੱਡੀਆਂ ਹੋਈਆਂ ਨੇ, ਹਰਿਆਣੇ 'ਚ ਵੱਡੀਆਂ ਰੈਲੀਆਂ ਹੋਈਆਂ ਨੇਗੀਆਂ। ਇਹ 4-5 ਸਟੇਟਾਂ 'ਚ ਹੋਈਆਂ ਨਾ। ਲੋਕ ਸਾਦੇ ਨੇ, ਆਪਦੇ ਇਕੱਠ ਕਰਦੇ ਨੇ, ਗੱਲ ਸੁਣਦੇ ਨੇ ਲੀਡਰਾਂ ਦੀ ਬਹਿ ਕੇ। ਇਕੱਲੇ ਅਸੀਂ ਸਟੇਜ 'ਤੇ ਨਹੀਂ ਪ੍ਰਚਾਰ ਕਰਦੇ। ਫਿਰ ਘੱਟੋ ਘੱਟ ਜਿਹੜੀ ਤੁਹਾਡੀ ਆਪਣੀ ਪੱਤਰਕਾਰੀ ਹੈ, ਸਾਰੇ ਸਾਨੂੰ ਪੱਤਰਕਾਰ ਮਿਲਦੇ ਨੇ ਉੱਥੇ, ਸਾਰੇ ਉਹਨਾਂ ਰਾਹੀਂ ਸਾਡੀ ਸਾਰੀ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ। ਮੈਂ ਤਾਂ ਐਂ ਕਹਿੰਦਾ ਕਲਮ ਤਲਵਾਰ ਨੂੰ ਤਿੱਖੀ ਹੁੰਦੀ ਹੈ। ਸਾਡੇ ਭਾਸ਼ਣ ਨੂੰ ਜਿਹੜੀ ਤੁਹਾਡੇ ਕੋਲ ਅਸੀਂ ਗੱਲ ਕਰ ਜਾਂਗੇ ਉਹ ਸਾਰੀ ਦੁਨੀਆ 'ਚ ਜਾਊਗੀ। ਸਟੇਜ 'ਤੇ ਇਕੱਲਾ ਅਸੀਂ ਜਿਹੜਾ 10,000 ਬੰਦਾ ਬੈਠਾ ਉਸ ਨੂੰ ਸੁਣਾਵਾਂਗੇ, ਤੁਹਾਡੇ ਰਾਹੀਂ ਸਾਰੀ ਦੁਨੀਆ 'ਚ ਗੱਲ ਵੀ ਰੂਦੂ ਸਿੰਘ ਆ ਗੱਲ ਕਹਿ ਕੇ ਹੈ। ਮੈਂ ਅੱਜ ਪਟਿਆਲੇ ਦੇ ਵਿੱਚ ਆ ਗਿਆ, ਕੁਛ ਗੱਲ ਕਹਿ ਕੇ ਜਦੋਂ ਲੋਕਾਂ 'ਚ ਜਾਊ ਨਾ ਮੇਰੀ ਗੱਲ, ਇਹ ਨੁਕਸਾਨ ਕੋਈ ਪੈਦਾ ਹੋਊਗਾ। ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਕਾਲ ਸੀ, ਅਸੀਂ ਸੰਸਦ ਦਾ ਘਿਰਾਓ ਕਰਾਂਗੇ ਮਈ ਦੇ ਪਹਿਲੇ 15 'ਚ। ਹੁਣ ਉਸ 'ਤੇ ਸੰਯੁਕਤ ਮੋਰਚੇ ਦਾ ਕੀ ਸਟੈਂਡ ਹੈ? ਦੇਖੋ 26 ਮਾਰਚ ਨੂੰ ਮਾਰਚ ਕਰਿਆ ਆਪਾਂ ਨੇ, ਠੀਕ ਹੈ ਨਾ ਗੱਲ। ਉਹਦਾ ਸਾਰਿਆਂ ਨੇ ਤੁਹਾਨੂੰ ਵੀ ਪਤਾ ਉਹ ਕੀ ਆਪਾਂ ਭੁਗਤਿਆ। ਹੁਣ ਮੈਂ ਕੀ ਕਹਾਂ ਵੀ ਸਤਾਪ ਭੁਗਤਿਆ ਕਿ ਜਾਂ ਕੀ ਡੰਡ ਭੁਗਤਿਆ, ਉਹ ਸਾਰਿਆਂ ਨੂੰ ਪਤਾ ਹੈਗਾ। ਫਿਰ ਉਹਦੀ ਅਸੀਂ ਐਲਾਨ ਕਰਤਾ ਦੀ ਵੀ 1 ਤਰੀਕ ਨੂੰ ਅਸੀਂ ਮਾਰਚ ਕਰਾਂਗੇ। ਪਰ ਅਸੀਂ ਆਪਦੇ ਸਾਰੇ ਹਾਲਾਤ ਦੇਖ ਕੇ ਉਹਨੂੰ ਅਸੀਂ ਮੁਲਤਵੀ ਕਰਤਾ ਸੀਗਾ। ਦੁਬਾਰੇ ਅਸੀਂ ਹੁਣ ਫੇਰ ਰੱਖਤਾ ਸੀਗਾ। ਫਿਰ ਅਸੀਂ ਦੁਬਾਰੇ ਵਿਚਾਰਿਆ ਇਹਦੇ ਉੱਤੇ ਬਹਿ ਕੇ। ਜਿਹੜੀ ਸਾਡੀ 32 ਜਥੇਬੰਦੀਆਂ 34 ਜਥੇਬੰਦੀਆਂ ਸੀ ਪੰਜਾਬ ਵਾਲੀਆਂ, ਸਾਡੀ ਇੱਕ ਸਮਝ ਬਣੀ ਹੈ ਪਾਰਲੀਮੈਂਟ ਨੂੰ ਮਾਰਚ ਕਰਨਾ ਅੰਦੋਲਨ ਦੀ ਸਮਾਪਤੀ ਹੈ। ਉਹ ਕਿਵੇਂ ਆ? ਤੁਸੀਂ ਮੇਰੀ ਗੱਲ ਸੁਣ ਲਓ। ਅਸੀਂ ਕਿਹਾ ਵੀ ਅਸੀਂ ਮਾਰਚ ਕਰਨਾ, ਸਰਕਾਰ ਸਾਡੇ 'ਤੇ ਲਾਠੀ ਚਾਰਜ ਵੀ ਨਾ ਕਰੇ। ਸਾਰੇ ਲੀਡਰਾਂ 'ਤੇ ਕੇਸ ਬਣੇ ਹੋਏ ਨੇ, ਠੀਕ ਹੈ। ਅਸੀਂ ਉੱਥੇ ਜਾਈਏ, ਉਹ ਸਾਰੇ ਲੀਡਰ ਫੜ ਕੇ ਸਾਨੂੰ ਜੇਲ੍ਹ ਛੱਡ ਦੂਗੀ। ਉਦੋਂ ਬਾਅਦ ਅੰਦੋਲਨ ਨੂੰ ਕੁਛ ਛੱਡ ਦੂਗੀ। ਜਦੋਂ ਲੀਡਰਸ਼ਿਪ ਰਾਹਤ ਹੋ ਗਿਆ ਅੰਦੋਲਨ ਨੂੰ ਫਰਕ ਪੈ ਜਾਊਗਾ। ਮੈਂ ਜੇਲ੍ਹ ਤੋਂ ਡਰਦਾ ਰੂਦੂ ਸਿੰਘ, ਮੈਂ ਕਹਿੰਦਾ ਵੀ ਸਾਡਾ ਅੰਦੋਲਨ ਨਾ ਗੱਲ ਜੇ। ਅਤੇ ਅਸੀਂ ਕਹੀਏ ਸਾਨੂੰ ਕਹਿਣ ਵੀ ਲੋਕ ਕਹਿਣ ਤੁਸੀਂ ਨਾ ਜਾਓ ਅਸੀਂ ਜਾਂਦੇ ਹਾਂ, ਉਹ ਲਾਠੀ ਚਾਰਜ ਕਰਨਗੇ ਲਾਜ਼ਮੀ ਵੀ ਲੀਡਰ ਮਗਰ ਨੇ, ਕੁੱਟੋ ਲੋਕਾਂ ਨੂੰ। ਫਿਰ ਲੋਕ ਕਹਿਣਗੇ ਫੁੱਦੂ ਨੇ ਲੀਡਰ ਮਗਰ ਬਹਿ ਕੇ ਯਾਰ ਲੋਕਾਂ ਦੀ ਕੁੱਟ ਬਹੁਤ ਹੀ। ਉਹ ਪਾਰਲੀਮੈਂਟ ਜਾਵਾਂਗੇ, ਪਰ ਜਾਵਾਂਗੇ ਉੱਦਾਂ ਜਿੱਦੇ ਅੰਦੋਲਨ ਸਮਾਪਤ ਕਰਨਾ ਹੋਇਆ। ਮਾਨਸਾ ਜੀ ਗੱਲ ਹੈ ਇੱਕ, ਖਾਸ ਕਰਕੇ ਨੌਜਵਾਨ ਵਰਗ, ਜਦੋਂ ਪਹਿਲਾਂ ਵੀ KMP ਰੋਡ ਦਾ ਨਾਅਰਾ ਦਿੱਤਾ ਗਿਆ ਸੀ, ਉਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਨੂੰ ਕਾਲ ਦਿੱਤੀ ਗਈ ਸੀ ਅਸੀਂ ਮਾਰਚ ਦਾ ਘਿਰਾਓ ਕਰਾਂਗੇ, ਤਾਂ ਫਿਰ ਹੁਣ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਵਿਰੋਧ ਪਾਇਆ ਜਾ ਰਿਹਾ ਕਿ ਪਹਿਲਾਂ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ, ਉਸ ਤੋਂ ਬਾਅਦ ਇਹ ਕਾਲ ਵਾਪਸ ਲੈ ਲਈ ਗਈ। ਤੁਹਾਨੂੰ ਐਂ ਨਹੀਂ ਲੱਗਦਾ ਕਿ ਇਹ ਗੱਲਾਂ ਪਹਿਲਾਂ ਵਿਚਾਰਨੀ ਚਾਹੀਦੀਆਂ ਸੀ? ਬਿਲਕੁਲ ਵਿਚਾਰ ਕੇ ਚੱਲ ਦਿਆਂਗੇ। ਹਜੇ ਤੱਕ ਘਿਰਾਓ ਦਾ ਕਦੇ ਵੀ ਨਹੀਂ ਕਿਹਾ। ਪਹਿਲਾਂ ਉਦੋਂ ਪਰੇਡ ਕਿਹਾ ਜੀ ਪਰੇਡ ਕਰਾਂਗੇ, ਹੁਣ ਕਿਹਾ ਸੀ ਪੈਦਲ ਮਾਰਚ ਕਰਾਂਗੇ। ਹਜੇ ਕਿਤੇ ਘਿਰਾਓ ਦੀ ਕਿਸੇ ਲੀਡਰ ਨੇ ਨਹੀਂ ਗੱਲ ਕਹੀ, ਠੀਕ ਹੈ। ਇਹਨੂੰ ਪੂਰਾ ਸੋਚ ਸਮਝ ਕੇ ਦੇਖ। ਉਹ ਕੈਂਪੀ ਸੜਕ ਰੋਕੀ ਅਸੀਂ 6 ਘੰਟੇ, ਸਰਕਾਰ ਦੀ ਹੱਲ ਚੱਲ ਹੋਈ। ਫਿਰ ਅਸੀਂ 12 ਘੰਟੇ ਰੋਕੀ, ਫਿਰ ਹੱਲ ਹੁਣ 24 ਘੰਟੇ ਰੋਕੀ। ਤੋਬਰ ਨੇ ਉਹਦੀ ਬਿਆਨ ਦਿੱਤਾ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਮੈਨੂੰ ਉੱਦਾਂ ਹੀ ਪੱਤਰਕਾਰ ਨੇ ਪੁੱਛਿਆ ਵੀ ਕਿਵੇਂ, ਮੈਂ ਉੱਦਾਂ ਹੀ ਕਿਹਾ ਸੀ, ਮੈਂ ਕਿਹਾ ਸ਼ਾਸਤ ਭਰਿਆ ਬਿਆਨ ਹੈ ਇਹਦਾ, ਚਲਾਕੀ ਵਾਲਾ, ਨਹੀਂ ਸੱਦਣਾ ਨੇ ਸਾਨੂੰ। ਹੁਣ ਮੇਰੀ ਆਪਦੀ ਰਾਏ, ਮੇਰੀ ਜਥੇਬੰਦੀ ਦੀ ਰਾਏ ਅਸੀਂ ਰੱਖਾਂਗੇ ਵੀ ਹੁਣ 24 ਘੰਟੇ ਦੇ ਵਿੱਚ 48 ਘੰਟੇ ਵੱਡੀ ਉਹ ਕੈਂਪੀ ਰੋਕੀ ਜਾਵੇ, ਸਰਕਾਰ 'ਤੇ ਦਬਾਅ ਪਵੇ। ਫਿਰ ਹਫ਼ਤੇ ਬਾਅਦ 15 ਦਿਨਾਂ ਬਾਅਦ ਫਿਰ ਉਹਨੂੰ ਹੋਰ 48 ਤੋਂ 72 ਘੰਟੇ ਦਾ ਕੀਤਾ ਜਾਵੇ। ਉਦੋਂ ਫਿਰ ਵਾਰੀ ਇਹਨੂੰ ਇਸ ਤਰੀਕੇ ਨਾਲ ਵਧਾਵਾਂਗੇ। ਉੱਧਰ ਮਾਰਚ ਕਰਨਾ ਅੰਦੋਲਨ ਦੀ ਸਮਾਪਤੀ ਹੈ। ਫਿਰ ਤਾਂ ਟਰਾਲੀਆਂ ਸਮਾਨ ਲੱਦਾਂਗੇ, ਲੈ ਵੀ ਮਿੱਤਰੋ ਹੁਣ ਇਹਦਾ ਭੋਗ ਪਾਉਣਾ ਆਪਾਂ ਨੇ। ਫਿਰ ਉੱਧਰ ਨੂੰ ਜਾਵਾਂਗੇ ਲਾਜ਼ਮੀ। ਭੋਗ ਸਮਾਪਤ ਉੱਦਾਂ ਹੀ ਹੋਊਗਾ ਅੰਦੋਲਨ, ਉੱਧਰ ਨੂੰ ਪਾਰਲੀਮੈਂਟ ਕਨੀ ਜਾ ਕੇ। ਐਂ ਨਹੀਂ ਹੈ ਕਿ ਉੱਥੋਂ ਚੱਕ ਕੇ ਸਮਾਨ ਉਹਨਾਂ ਨੂੰ ਆ ਜਾਵਾਂਗੇ ਹੋ ਗੱਲ ਹੋਈ। ਪਰ ਅੰਦੋਲਨ ਜਿੰਨਾ ਲੰਮਾ ਚਾਲੂ ਸਾਡਾ ਕੀ ਫਾਇਦਾ? ਮੈਂ ਬੇਨਤੀ ਕਰਨੀ, ਤੂੰ ਵੀ ਨੌਜਵਾਨ ਹੈ, ਜਿੱਦਾਂ ਦਾ ਅਸੀਂ ਅੰਦੋਲਨ ਸਾਡੀ ਨੌਜਵਾਨੀ ਸੰਘਰਸ਼ 'ਤੇ ਰਾਹ ਪੈ ਗਈ। ਹੁਣ ਕਈ ਵਾਰ ਸਾਨੂੰ ਕਹਿੰਦੇ ਛੋਟੇ ਬੁੜੇ ਨਾਲ ਤਾਂ ਨੌਜਵਾਨ ਹੀ ਨਹੀਂ। ਮੈਂ ਕਹਿੰਦਾ ਤੁਸੀਂ ਜਾ ਕੇ ਹੁਣ ਦੇਖ ਲਓ, ਅਸੀਂ ਤੀਜਾ ਸਭ ਤੋਂ ਬੁੜੇ ਹਾਂ ਮੇਰੀ ਹਾਣ ਦੇ, ਅਤੇ 2 ਤਾਂ ਨੌਜਵਾਨ ਹੀ ਨੇ। ਉਹ ਜਵਾਨ ਕੁਛ ਕਿਸੇ ਮਗਰ ਨੇ, ਕੋਈ ਕਿਸੇ ਮਗਰ ਨੇ, ਕੋਈ ਰੂਦੂ ਸਿੰਘ ਮਗਰ ਨੇ, ਕੁਛ ਰਾਜੇ ਵਾਲੇ ਮਗਰ ਨੇ, ਕੁਛ ਸਾਡੀਆਂ ਦੂਜਿਆਂ ਨੂੰ ਮਤਲਬ ਬਿਲਕੁਲ। ਦੇਖੋ ਇਹਨਾਂ ਗੱਲਾਂ 'ਚ ਤਾਂ ਕੋਈ ਦੋ ਰਾਵਾਂ ਨਹੀਂ, ਸਾਰੇ ਜਥੇਬੰਦੀਆਂ 'ਚ ਨੌਜਵਾਨ ਭਰਪੂਰ ਨੇ। 2022 'ਚ ਕੋਈ ਸਿਆਸੀ ਰਾਹਤ ਦਿਓਗੇ ਲੋਕਾਂ ਨੂੰ? ਨਹੀਂ, ਬਿਲਕੁਲ ਨਹੀਂ। ਅਸੀਂ ਕੋਈ ਨਹੀਂ, ਜੇ 22 ਤੱਕ ਸਾਡਾ ਅੰਦੋਲਨ ਵੀ ਚੱਲਦਾ ਰਿਹਾ, ਠੀਕ ਹੈ ਨਾ ਗੱਲ। ਜੋ ਅਸੀਂ ਬੰਗਾਲ ਦੇ ਵਿੱਚ ਕਹਿ ਕੇ ਉਹੀ ਗੱਲ ਇੱਥੇ ਪੰਜਾਬ 'ਚ ਕਹਾਂਗੇ ਵੀ ਜਿਹੜੇ ਪਹਿਲਾਂ ਸੱਤਾ 'ਚ ਰਹਿ ਗਏ
ਚਾਹੇ ਉਹ ਅਕਾਲੀ ਨੇ, ਚਾਹੇ ਉਹ ਕਾਂਗਰਸੀ ਨੇ, ਚਾਹੇ ਆਪ ਵਾਲਾ ਅਤੇ ਉਹਨਾਂ ਨੂੰ ਨਾ ਪਾਓ। ਜਿਹੜਾ ਕੋਈ ਹੋਰ ਆਜ਼ਾਦ ਖੜਾ ਹੁੰਦਾ ਉਹਨੂੰ ਪਾ ਦਿਓ, ਇਹਨਾਂ ਨੂੰ ਨਾ ਪਾਓ। ਜੇਕਰ ਕਿਸਾਨ ਜਥੇਬੰਦੀਆਂ ਕੋਈ ਪੋਲੀਟੀਕਲ ਪ੍ਰੋਗਰਾਮ ਲੋਕਾਂ ਨੂੰ ਦੇਣ, ਚੰਗੇ ਬੰਦੇ ਨਿਜ਼ਾਮ ਦੇ ਵਿੱਚ ਆਉਣ, ਨਿਜ਼ਾਮ ਬਦਲਣ, ਤਾਂ ਇਹਦੇ ਵਿੱਚ ਮਾੜਾ ਵੀ ਕੀ ਹੈ? ਜੰਗ ਦੇ ਵਿੱਚ ਕਦੇ ਸਤਾ ਬਾਰੇ ਨਹੀਂ ਸੋਚੀ ਜਾਂਦਾ। ਜਦੋਂ ਜੰਗ ਲੱਗੀ ਹੈ, ਇੱਕ ਜੰਗ ਆ ਦੋ ਜਮਾਤਾਂ ਦੀ, ਕਰੋ ਔਰ ਮਰੋ ਵਾਲੀ ਲੜਾਈ ਹੈ। ਅਸੀਂ ਸਤਾ ਬਾਰੇ ਸੋਚੀ ਜਾਈਏ, ਸਵਾਲ ਨਹੀਂ ਪੈਦਾ ਫਿਰ ਜੰਗ ਕਿਵੇਂ ਜਿੱਤ ਜਾਂਗੇ? ਫਿਰ ਤਾਂ ਰੁੱਦੂ ਸਿੰਘ ਦਾ ਦਿਮਾਗ ਜਾਊਗਾ ਮਾਨਸਾ ਵਾਲੇ ਹਲਕੇ 'ਚ ਵੀ, ਉੱਥੇ ਮੈਂ ਜਾ ਕੇ ਬੰਦੇ ਇਕੱਠੇ ਕਰਾਂ, ਮੈਂ ਮੇਰੇ ਪਰਿਵਾਰ ਨੂੰ ਵੀ ਉੱਥੇ ਲਾਊਂਗਾ ਅਤੇ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਕਹੂੰਗਾ, ਮਿੱਤਰ ਦੋਸਤਾਂ ਨੂੰ ਵੀ ਕਹੂੰਗਾ। ਜੇ ਜੰਗ ਕਿੰਨੀ ਕੁ ਮੇਰੇ ਧਿਆਨ ਕੇ ਮੇਰੇ ਗਿਆ, ਮੈਂ ਇੱਕ ਤਰ੍ਹਾਂ ਦਾ ਆਗੂ ਹਾਂ। ਫਿਰ ਤਾਂ ਇਹ ਤਾਂ ਮੈਂ ਕਹਿੰਦਾ ਜਿਹੜਾ ਸਾਡਾ ਲੀਡਰ ਤੋਂ ਪਹਿਲਾਂ ਸੋਚੂ ਆਪਦੀ ਰਾਜਨੀਤੀ ਬਾਰੇ, ਉਹ ਦੋਲਨ ਗਦਾਰੀ ਹੈ। ਮੈਂ ਮੇਰੇ ਕੋਲ ਤਾਂ ਇਹੀ ਗੱਲ ਕਹਿਣੀ ਚਾਹੁੰਦਾ, ਸਾਡਾ ਧਿਆਨ ਦੋਲਣ ਕੰਨੀ, ਪਰਿਵਾਰਾਂ ਦਾ ਹੀ ਪਰਿਵਾਰਾਂ ਦਾ। ਘੱਟੋ ਘੱਟ ਮੈਂ ਲੀਡਰਾਂ ਨੂੰ ਬੇਨਤੀ ਕਰਦਾ, ਲੀਡਰ ਤਾਂ ਆਪਦੇ ਸਾਰੇ ਪਰਿਵਾਰ ਨੂੰ ਝੋਕ ਦੇਣ, ਮੌਕਾ ਹੈ, ਰੱਖਣੀ ਨਹੀਂ ਚਾਹੀਦਾ ਘਰੇ ਵੀ ਚੱਲ ਮਿੱਤਰੋ ਹੁਣ ਕੁੱਦ ਜੋ ਸਾਰੇ, ਆਖਰੀ ਵੇੜਾ ਇਹਨੂੰ ਜਿੱਤਣਾ। ਇਹ ਸਵਾਲ ਮਾਨਸਾ ਜੀ ਮੈਂ ਇਸ ਕਰਕੇ ਕੀਤਾ ਸੀ, ਤੁਸੀਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੋ ਅਤੇ ਸਭ ਤੋਂ ਵੱਧ ਉੱਥੇ ਕਿਸਾਨ ਖੁਦਕੁਸ਼ੀਆਂ, ਮਜ਼ਦੂਰ ਖੁਦਕੁਸ਼ੀਆਂ ਪਾਈਆਂ ਜਾਂਦੀਆਂ ਨੇ ਕਿ ਜਦੋਂ ਖੇਤੀ ਕਾਨੂੰਨ ਵਾਪਸ ਵੀ ਹੋ ਜਾਂਦੇ ਨੇ, ਉਸ ਤੋਂ ਬਾਅਦ ਖੇਤੀ ਦੀ ਹਾਲਤ ਤਰਸਯੋਗ ਹੈ। ਤਾਂ ਕਿਉਂ ਨਾ ਫਿਰ ਇਹਨਾਂ ਪ੍ਰਬੰਧਾਂ ਦੇ ਵਿੱਚੋਂ ਕੋਈ ਹਾਲਤ ਚੰਗੀ ਬਣੇ ਕਿਸਾਨੀ ਦੀ? ਨਹੀਂ, ਜਿੱਦੇ ਦੋਲਨ ਜਿੱਤ ਗਏ, ਮੈਂ ਕਹਿੰਦਾ ਆਹ ਦੋਲਨ ਜਿੱਤ ਜੀ ਹੈ। ਮੈਂ ਰੁੱਦੂ ਸਿੰਘ ਗੈਰ ਰਾਜਨੀਤਿਕ ਨਹੀਂ ਹੈਗਾ, ਮੈਂ ਰਾਜਨੀਤਿਕ ਬੰਦਾ ਪੱਕਾ। ਮੇਰੇ ਬੇਟੇ ਨੇ 2 ਵਾਰ ਇਲੈਕਸ਼ਨ ਲੜੀ ਹੈ। ਜਿੱਦੇ ਲੜਾਈ ਜਿੱਤ ਗਏ ਫਿਰ ਸੋਚਾਂਗੇ, ਫਿਰ ਸਾਰਾ ਕੁਛ ਕਰਾਂਗੇ। ਐਵੇਂ ਤਾਂ ਨਹੀਂ ਕਿ ਵੀ ਕਰਦੇ ਨਹੀਂ, ਕਰਾਂਗੇ, ਲਾਜ਼ਮੀ ਕਰਾਂਗੇ, ਪਰ ਉਦੋਂ ਪਹਿਲਾਂ ਨਹੀਂ। ਜਿੰਨਾ ਚਿਰ ਉੱਥੇ ਬੈਠੇ ਹਾਂ ਉਦੋਂ ਪਹਿਲਾਂ, ਜਿੰਨਾ ਚਿਰ ਜਿੱਤਦੇ ਨਹੀਂ ਉਹਨਾਂ ਚਿਰ ਲੜਾਈ 'ਚ ਰਹਾਂਗੇ। ਜਿੱਦੇ ਲੜਾਈ ਜਿੱਤ ਗਏ ਉਦੋਂ ਆ ਕੇ ਲਾਜ਼ਮੀ ਸੋਚਾਂਗੇ। ਜੋ ਆਪਸੀ ਜੇ ਮਤਭੇਦ ਬਣੇ ਹੋਏ ਆ, ਜੋ ਲੜਾਈ ਸੈਂਟਰ ਦੇ ਖਿਲਾਫ ਸੀ, ਕਿਤੇ ਨਾ ਕਿਤੇ ਉਹ ਲੜਾਈ ਘਰਾਂ 'ਚ ਆਉਣ ਲੱਗੀ, ਚਾਹੇ ਲੱਖਾ ਸਿਧਾਣਾ ਦੇ ਰੂਪ 'ਚ ਹੋ ਗਈ, ਦੀਪ ਸਿੱਧੂ ਦੇ ਰੂਪ 'ਚ ਹੋ ਗਈ। ਲੱਖਾ ਸਿਧਾਣਾ ਜੇ ਤੁਸੀਂ ਵਾਪਸੀ ਕਬੂਲ ਚੁੱਕੇ ਹੋ, ਜੇਕਰ ਦੀਪ ਸਿੱਧੂ ਬਾਹਰ ਆਉਂਦੇ ਨੇ ਤਾਂ ਫਿਰ ਕਿਵੇਂ ਸੰਯੁਕਤ ਮੋਰਚੇ ਦਾ ਕੀ ਪ੍ਰਤੀਕਰਮ ਰਹੂਗਾ ਦੀਪ ਸਿੱਧੂ ਬਾਰੇ? ਲੱਖੇ ਸਿਧਾਣੇ ਦਾ ਅਤੇ ਦੀਪ ਸਿੱਧੂ ਦਾ ਦਿਨ ਰਾਤ ਦਾ ਫਰਕ ਹੈ। ਲੱਖਾ ਸਿਧਾਣਾ ਚਾਹੇ ਪਹਿਲਾਂ ਦੂਜੇ ਲੋਟ ਲੜਦਾ ਸੀ, ਫਿਰ ਸਮਾਜ ਸੇਵਕ ਬਣਿਆ, ਫਿਰ ਉਹ ਸਾਡੇ ਇੱਥੇ ਦੋਲਣਾ 'ਚ ਬੋਲਦਾ ਵੀ ਰਿਹਾ। ਉਹ ਇੱਕ ਆਪਦਾ ਕਹਿ ਦਈਏ ਵੱਡਾ ਕਾਰੋਬਾਰ ਛੱਡ ਕੇ ਜਦੋਂ ਇੱਥੇ ਲੜਾਈ ਸ਼ੁਰੂ ਹੋ ਗਈ ਉਦੋਂ ਆਇਆ। ਠੀਕ ਹੈ ਨਾ ਗੱਲ? ਉਹਨੇ ਇੱਥੇ ਕੋਈ ਸਾਡੀ ਸਟੇਜ 'ਤੇ ਨਹੀਂ ਬੋਲਿਆ ਬਹੁਤਾ ਹੋ ਕਿਤੇ, ਇਕੱਲੇ ਨੇ ਉਹਨੇ ਮੋਰਚਾ ਲਾਇਆ ਹੈਗਾ। ਹੁਣ ਇਹਦੇ ਅੰਦਰਲੇ ਕਾਰਨ ਬਾਰੇ ਮੈਂ ਬੋਲਣਾ ਨਹੀਂ ਹੈਗਾ, ਹਜੇ ਗੱਲ ਅਸੀਂ ਛੱਡੀ ਹੋਈ ਹੈਗੀ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ। ਅੰਦਰਲੇ ਕਾਰਨ ਵੈਸੇ ਕੀ ਨੇ? ਅੰਦਰਲੇ ਕਾਰਨ ਹੁੰਦੇ ਨੇ, ਸਾਰਾ ਕੁਛ ਹੀ ਹੁੰਦਾ ਹੈਗਾ। ਮਤਲਬ ਮੈਨੂੰ ਕੀ ਦੱਸਣ ਦੀ ਲੋੜ ਹੈ? ਪ੍ਰਧਾਨ ਮੰਤਰੀ ਨਾਲ ਫੋਟੋਆਂ ਹੋਣ, ਗ੍ਰਹਿ ਮੰਤਰੀ ਨਾਲ ਫੋਟੋਆਂ, ਲੋਕ ਤਾਂ ਜਾਣਨਾ ਚਾਹੁੰਦੇ ਨੇ ਨਾ। ਦੱਸਤਾ ਮੈਂ ਤੁਹਾਨੂੰ, ਪ੍ਰਧਾਨ ਮੰਤਰੀ ਨਾਲ ਫੋਟੋਆਂ ਹੋਣ, ਗ੍ਰਹਿ ਮੰਤਰੀ ਨਾਲ ਫੋਟੋਆਂ ਹੋਣ, ਤਾਂ ਦੱਸਤਾ ਬਸ। ਔਨ ਕੈਮਰਾ ਗੱਲ ਕਹਿ ਰਹੇ ਹੋ ਕਿ ਦੀਪ ਸਿੱਧੂ ਬੀਜੇਪੀ ਦਾ ਬੰਦਾ। ਮੈਨੂੰ ਕਿਉਂ ਬਾਹਲੀ ਕੋਈ ਕਹਾਉਣ ਦੀ ਲੋੜ ਹੈ, ਦੱਸਣ ਦੀ ਲੋੜ ਨਹੀਂ ਹੁੰਦੀ, ਤਾਂ ਪੜਦਾ ਬਸ ਆਪੇ ਹੋ ਜਾਂਦਾ ਹੈਗਾ। ਅਤੇ ਜਿਵੇਂ ਹੁਣ ਜੇਕਰ ਕਿਸਾਨੀ ਅੰਦੋਲਨ 'ਤੇ ਆਪਾਂ ਵਾਪਸ ਆਈਏ, ਕਿਸਾਨ ਉਹ ਕਹਿੰਦੇ ਕਿ ਕਲੀਨ ਆਪਰੇਸ਼ਨ, ਕਰੋਨਾ ਖਤਰਨਾਕ ਬਿਮਾਰੀ ਹੈ, ਇਹਦਾ ਪ੍ਰਸਾਰ ਵੀ ਹੋ ਰਿਹਾ ਅਤੇ ਇਹਦੇ ਤਹਿਤ ਉਹ ਕਿਸਾਨੀ ਨੂੰ ਸੰਕੇਤ ਦੇ ਰਹੇ ਨੇ। ਅਸੀਂ ਇਹ ਤਾਂ ਮੈਂ ਪਿਛਲੇ ਸਾਲ ਹੀ ਕਹਿਤਾ ਸੀਗਾ ਵੀ ਇਹ ਤੀਸਰੀ ਸੰਸਾਰ ਜੰਗ ਹੈ, ਕੋਈ ਬਿਮਾਰੀ ਨਹੀਂ। ਦੁਨੀਆ ਦੇ ਵਿੱਚ 2 ਮੰਦਵਾੜੇ ਆਏ ਨੇ ਅਤੇ 2 ਮੰਦਵਾੜਿਆਂ 'ਚ ਸੰਸਾਰ ਜੰਗ ਲੱਗੀ ਹੈ। ਜਦੋਂ ਪਿਛਲੀ ਜੰਗ ਦੀ ਸਮਾਪਤੀ ਹੋਈ ਹੈ ਪਰਮਾਣੂ ਨਾਲ ਹੋਈ ਹੈ, ਹੁਣ ਜੇ ਜੰਗ ਸ਼ੁਰੂ ਹੋਊਗੀ ਪਰਮਾਣੂ ਨਾਲ, ਬਿਮਾਰੀ ਦਾ ਬਹਾਨਾ ਹੈ, ਕੋਈ ਬਿਮਾਰੀ ਨਹੀਂ। ਆ ਫਿਰਦਿਆਂ ਕੋਈ ਕਿਸਾਨ ਤਾਂ ਕੋਈ ਮਰਨ ਦਾ ਮਰਿਆ ਨਹੀਂ, ਕੋਈ ਇਹਦੇ ਨਾਲ ਬਿਮਾਰੀ ਨਾਲ ਮਰਿਆ ਹੋਵੇ। ਸਰਕਾਰ ਲੋਕਾਂ ਨੂੰ ਡਰਾਉਂਦੇ ਨੇ, ਲੋਕਾਂ ਨੂੰ ਅੰਦਰ ਵਾੜਦੇ ਨੇ ਅਤੇ ਲੋਕਾਂ ਦੇ ਖਿਲਾਫ ਕਾਨੂੰਨ ਬਣਾਉਂਦੇ ਨੇ। ਤੁਹਾਡਾ ਵੀ ਇਨਾਮ ਗੁੰਜਿਆ ਸੀ, ਲਾਲ ਕਿਲ੍ਹੇ ਦੇ ਫੋਟੋਆਂ ਦਾ ਰੌਲਾ ਜਿਹਾ ਚੱਲਿਆ ਸੀ, ਉਹਦੇ ਬਾਰੇ ਫਿਰ ਤੁਹਾਡੀ ਨਹੀਂ ਕਦੇ ਪੁਲਿਸ ਨੇ ਭਾਲ ਕੀਤੀ? ਮੈਂ ਉਹ ਡਰਾਉਂਦੇ ਸੀ ਮੈਨੂੰ, ਮਤਲਬ ਵੀ ਰੁੱਦੂ ਪੰਜਾਬ ਨਾ ਜਾਵੇ, ਰੁੱਦੂ ਰਾਜਸਥਾਨ ਨਾ ਜਾਵੇ, ਯੂਪੀ 'ਚ ਨਾ ਜਾਵੇ, ਹਰਿਆਣਾ 'ਚ ਜਾਵੇ। ਮੈਂ ਉੱਦਾਂ ਹੀ ਕਹਿੰਦਾ ਸੀ ਮੇਰੇ ਸਾਥੀਆਂ ਨੂੰ, ਇਹ ਡਰਾਉਂਦੇ ਨੇ ਆਪਾਂ ਨੂੰ, ਜਮਾ ਜਾਵਾਂਗੇ। ਦੇਖੋ ਲੀਡਰ ਜੇਲ੍ਹ ਤੋਂ ਭੱਜਦਾ, ਲੀਡਰ ਮਰਨ ਤੋਂ ਭੱਜਦਾ, ਫਿਰ ਉਹਦੇ ਘਰੇ ਬਹਿ ਜੇ ਲੋੜ ਹੀ ਨਹੀਂ। ਫਿਰ ਰੋਣ ਦੀ ਕੀ ਲੋੜ ਹੈ ਜੀ? ਮੈਂ ਫੜਿਆ ਗਿਆ ਜੀ, ਮੇਰੇ 'ਤੇ ਪਰਚਾ ਦਰਜ ਹੋਊਗਾ ਜੀ ਮੇਰੇ ਵੱਲ। ਰੁੱਦੂ ਸਿੰਘ 'ਤੇ 2009 'ਚ ਮਾਨਸਾ 'ਚ 9 ਥਾਣੇ ਨੇ, ਜਾ ਕੇ ਹੁਣ ਕਢਾ ਲਓ। 9 ਥਾਣਿਆਂ 'ਚ 9 ਹੀ ਪਰਚੇ ਦਰਜ ਕਰੇ ਮੇਰੇ 'ਤੇ। ਮੈਂ ਇੱਕ ਬਿਆਨ ਦਿੱਤਾ ਸੀ ਮਜ਼ਦੂਰਾਂ ਦੇ ਇੱਕ 'ਚ, ਮੈਂ ਕੋਈ ਉਹਨੇ ਦੋਲਣ 'ਚ ਨਹੀਂ ਕੁੱਦਿਆ ਜੀ, ਕੁਛ ਨਹੀਂ ਕਰਿਆ ਸੀਗਾ। ਮੈਂ ਬਿਆਨ ਦਿੱਤਾ ਵੀ ਜੇ ਪਲਾਟ ਸਰਕਾਰ ਨੇ ਦੇਣ ਨੂੰ ਕਿਹਾ ਤਾਂ ਪਲਾਟ ਦੇਵੇ, ਅਤੇ ਮੈਨੂੰ ਮੈਂ ਅੰਡਰਗਰਾਊਂਡ ਵੀ ਹੋ ਕੇ ਪਰ ਫੜ ਲਿਆ ਪੁਲਿਸ ਨੇ। ਮੈਂ ਫਿਰ ਘਰਦਿਆਂ ਨੂੰ ਕਿਹਾ, ਮੈਂ ਕਿਹਾ ਮੇਰੀ ਜ਼ਮਾਨਤ ਨਾ ਕਰੋ। ਹੁੰਦਾ ਹੀ ਬੱਚਿਆਂ ਨੂੰ ਜ਼ਮਾਨਤ ਕਰਾ ਲਈਏ, ਜਥੇਬੰਦੀ ਵਾਲੇ ਕਹਿੰਦੇ ਜ਼ਮਾਨਤ ਕਰਾ ਲਈਏ। 5 ਕੇਸਾਂ ਨੂੰ ਮੇਰੀ ਜ਼ਮਾਨਤ ਕਰਾ ਲਈ। ਮੈਂ ਫਿਰ ਰੋਕਾਂ, ਮੈਂ ਕਿਹਾ ਨਾ ਕਰਾਓ, ਮੈਂ ਲੰਮਾ ਸਮਾਂ ਜੇਲ੍ਹ 'ਚ ਰਹੂੰਗਾ। ਮੈਂ ਮਤਲਬ ਘੱਟੋ ਘੱਟ ਥੋੜ੍ਹਾ 4.5 ਮਹੀਨੇ ਤੋਂ ਅੰਦਰ ਜੇਲ੍ਹ 'ਚ ਰਿਹਾ। ਮੈਂ ਦੀਪ ਸਿੱਧੂ ਨੂੰ ਵੀ ਰਾਏ ਦਿੱਤੀ ਆ, ਹੁਣ ਤੁਹਾਡੇ ਰਾਹ ਵੀ ਦਿੰਦਾ ਗਾ, ਜ਼ਮਾਨਤ ਜਮੂਨਤ ਨਾ ਕਰਾਵੇ। ਅਸੀਂ ਲੱਖਾ ਫੜਿਆ ਗਿਆ, ਕਿਸਾਨ ਲੀਡਰ ਫੜਿਆ ਗਿਆ, ਦੀਪ ਸਿੱਧੂ ਫੜਿਆ ਗਿਆ। ਜਿੰਨਾ ਚਿਰ ਮੋਦੀ ਦੀ ਸਰਕਾਰ ਰਹੂ ਨਾ, ਅਸੀਂ ਜੇਲ੍ਹ 'ਚ ਰਹਾਂਗੇ। ਪਰ ਇਹ ਗੱਲ ਤਾਂ ਰਾਜੇਵਾਲ ਵੀ ਕਹਿੰਦੇ ਨੇ ਕਿ ਵੀ ਜਿੰਨੀ ਜ਼ਮਾਨਤਾਂ ਹੋਈਆਂ ਨੇ ਅਸੀਂ ਕਰਾਈਆਂ ਨੇ। ਦੇਖੋ ਕਿਸੇ ਨੇ ਕਰਾਤੀ ਜ਼ਮਾਨਤ, ਚੱਕਰ 'ਚ ਆਪਾਂ ਕਿਉਂ ਪਈਏ? ਕਿਸੇ ਨੇ ਵੀ ਕਦੇ ਸਾਡੇ ਨੌਜਵਾਨ ਬਾਹਰ ਆ ਗਏ, ਸਾਨੂੰ ਤਾਂ ਇੰਨੇ ਵਾਧੂ, ਬਸ ਇਹ ਨਹੀਂ ਗੱਲ ਨਹੀਂ। ਪੰਜਾਬ ਦੀ ਇਲੈਕਸ਼ਨ, ਵਿਧਾਨ ਸਭਾ ਇਲੈਕਸ਼ਨ ਦੇ ਵਿੱਚ 8.5 ਮਹੀਨੇ ਦਾ ਸਮਾਂ, ਤੁਸੀਂ ਕੈਪਟਨ ਅਮਰਿੰਦਰ ਦੇ ਖਿਲਾਫ ਧਰਨਾ ਲਾਓਗੇ? ਅਸੀਂ ਲੜਾਈ ਲੜਾਂਗੇ। ਜੇ ਕੈਪਟਨ ਗਲਤ ਕਦਮ ਚੁੱਕੂਗਾ, ਅਸੀਂ ਕੋਈ ਲਿਹਾਜ਼ ਕਿਸੇ ਨਾਲ ਨਹੀਂ ਲਿਹਾਜ਼ ਰੱਖਦੇ।
ਇਹ ਸਵਾਲ ਮੈਂ ਇਸ ਕਰਕੇ ਕੀਤਾ ਕਿਉਂਕਿ ਜੋਗਿੰਦਰ ਸਿੰਘ ਗੁਰਾਹਾਂ ਵਾਰ-ਵਾਰ ਆਪਣੇ ਸਟੇਜ ਤੋਂ ਆਪਣੇ ਮੀਡੀਆ ਮਾਧਿਅਮ ਤੇ ਉਹ ਗੱਲ ਕਹਿੰਦੇ ਨੇ ਕਿ ਜੇਕਰ ਦਿੱਲੀ ਵਾਲਾ ਨਿਬੜੇ ਤਾਂ ਅਸੀਂ ਫਿਰ ਪੰਜਾਬ ਜਾ ਕੇ ਇਹਨੂੰ ਵੀ ਦੇਖੀਏ। ਨਹੀਂ ਕਿਤੇ ਵੀ ਕੋਈ ਵੀ ਹੈ ਸਾਡੀ ਮੈਂ ਕਹਿੰਦਾ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਸਾਡੀ ਹੈਗੀ। ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਜਾਊਗਾ ਤੇ ਉਹਦੇ ਖਿਲਾਫ ਲੜਾਂਗੇ। ਦੇਖੋ ਕੈਪਟਨ ਸਾਹਿਬ ਨੂੰ ਇੱਕ ਗੱਲ ਕਹੀ, ਕੈਪਟਨ ਨੇ ਇੱਕ ਸਾਡੀ ਗੱਲ ਮੰਨੀ ਹੈ। ਉਹਨੂੰ ਸਿੱਖਿਆ ਤੂੰ ਵਿਧਾਨ ਸਭਾ 'ਚ ਮਤਾ ਪਾ ਦੇ, ਮੈਂ ਇਹ ਕਾਨੂੰਨ ਰੱਦ ਕਰਤੇ, ਉਹਨੇ ਕਰਤੇ। ਦੇਖੋ ਗੱਲ ਹੈ ਹੁਣ ਜੇ ਰੱਦ ਕਰਤੇ ਹਜੇ ਉਹ ਸਾਡੇ ਕੋਈ ਖਿਲਾਫ ਕਦਮ ਨਹੀਂ ਚੁੱਕਦਾ ਤਾਂ ਫਿਰ ਅਸੀਂ ਐਵੇਂ ਗਾਲਾਂ ਕੱਢੀ ਜੇ ਮੈਂ ਸੰਭਵ ਹੀ ਨਹੀਂ ਕਹਿੰਦਾ ਗੱਲ ਨੂੰ। ਜੇ ਕੈਪਟਨ ਸਾਹਿਬ ਕਰ ਉਹਦੇ ਮਗਰ ਪੈ ਜਾਵਾਂਗੇ, ਜੇ ਬਾਦਲ ਕੇ ਆਈ ਤੇ ਉਹਨਾਂ ਮਗਰ ਰਹੇ ਹਾਂ ਮਗਰ ਕਿਤੇ ਰਹੇ ਹਾਂ। ਸਾਡੀ ਲਿਹਾਜ਼ ਕਿਸੇ ਨਾਲ ਨਹੀਂ, ਸਾਡਾ ਸੰਘਰਸ਼ ਹੈ। ਕਿਸਾਨੀ ਅੰਦੋਲਨ ਤੋਂ ਬਾਅਦ ਦੀ ਗੱਲ ਜੇਕਰ ਚਾਹੇ ਤੁਸੀਂ ਪੰਜਾਬ ਤੌਰ 'ਤੇ ਦੇਖ ਲਓ, ਹਿੰਦੁਸਤਾਨ ਪੱਧਰ 'ਤੇ ਦੇਖ ਲਓ ਕਿ ਖੇਤੀ ਕਿਸਾਨੀ ਉੱਤੇ ਖੇਤੀ ਕਰਜ਼ੇ ਉੱਤੇ ਲੀਕ ਮਾਰਨ ਲਈ ਐਡਾ ਹੀ ਵੱਡਾ ਅੰਦੋਲਨ ਖੜਾ ਕਰਕੇ ਕਿਸਾਨ ਜਥੇਬੰਦੀਆਂ ਲੜਾਈ ਲੜਨਗੀਆਂ। ਮੇਰਾ ਖਿਆਲ ਹੈ ਲੜਾਈ ਅੱਜ ਦੀ ਨਹੀਂ ਲੜਦੇ। ਕਰਜ਼ੇ ਦੀ ਲੜਾਈ ਤਾਂ ਰੁੱਦੂ ਸਿੰਘ 1982 ਤੋਂ ਲੱਗਿਆ ਹੋਇਆਗਾ ਵੀ ਕਿਸਾਨਾਂ ਸਿਰੋਂ ਕਰਜ਼ਾ ਖਤਮ ਹੋਵੇ। ਇਹ ਤਿੰਨੇ ਭਾਗਵੇਂ ਕਾਨੂੰਨ ਵੀ ਰੱਦ ਹੋ ਜਾਂਦੇ ਨੇ, ਸਾਡੀ ਲੜਾਈ ਫਿਰ ਵੀ ਨਹੀਂ ਮੁੱਕਦੀ। ਮੈਂ ਥੋੜ੍ਹਾ ਇੱਕ ਵਾਅਦਾ ਕਰਕੇ ਜਾਂਦਾ ਇੱਕ ਗੱਲ ਦਾ, ਇਹ ਸਾਡਾ ਸੰਗਠਨ ਨਹੀਂ ਟੁੱਟਦਾ। ਇੱਕ ਮੇਰੀ ਗੱਲ ਯਾਦ ਰੱਖਿਓ, ਇਹ ਟੁੱਟੂਗਾ ਨਹੀਂ। ਇਹ 'ਚੋਂ ਇੱਕ ਲੀਡਰ ਨਹੀਂ ਬਾਹਰ ਜਾਊ, ਕਿਉਂ ਨਹੀਂ ਜਾਊਗਾ? ਜੇ ਅਸੀਂ ਇਕੱਠੇ ਹੋ ਕੇ ਲੜਾਈ ਲੜੀ ਹੈ, ਜੇ ਅਸੀਂ ਹਜੇ ਅੰਦੋਲਨ ਨਹੀਂ ਜਿੱਤ ਸਕੇ ਤਾਂ ਪਛਾਣ ਤਾਂ ਬਣੀ ਹੈ ਨਾ ਸਾਡੀ। ਇਹ ਤਾਂ ਤੁਸੀਂ ਮੰਨਦੇ ਹੋ ਗੱਲ ਨੂੰ ਵੀ ਯਾਰ ਇਹ ਲੋਕ ਲੜਨ ਵਾਲੇ, ਲੋਕ ਖੜਨ ਵਾਲੇ ਨੇਗੇ। ਜਿਹੜੀਆਂ ਮੰਗਾਂ ਅਸੀਂ ਪੰਜਾਬ 'ਚੋਂ ਲੱਗੇ ਹਾਂ, ਜਿਹੜਾ ਬੰਦਾ ਜੇ ਤਾਂ ਉਸ ਮੰਗ 'ਤੇ ਲੜਦਾ ਉਹਨੂੰ ਜੀ ਆਇਆ, ਜਿਹੜਾ ਕੋਈ ਬਾਹਰਲੀ ਮੰਗ ਫਸਾਊਗਾ ਫਿਰ ਉਹਦੇ ਖਿਲਾਫ ਸਾਥੋਂ ਬੋਲਿਆ ਜਾਊਗਾ। ਚੰਗੀ ਗੱਲ ਹੈ ਕਿਸਾਨ ਆਗੂਆਂ ਦਾ ਏਕਾ ਬਣਿਆ ਰਹੇ। ਤੇ ਜੋ ਹੁਣ ਕਰੋਨਾ ਬਿਮਾਰੀ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ? ਇਹ ਤਾਂ ਬਿਮਾਰੀ ਮੰਨਦੀ ਨਹੀਂ। ਜਾਊਂਗਾ ਖੁੱਲ੍ਹੇ ਮੂੰਹ ਜਾਊਂਗਾ, ਨਾ ਮੂੰਹ ਢੱਕਾਂ, ਕੁਛ ਨਹੀਂ ਕਰਦਾ। ਉੱਥੇ ਅੱਜ ਮੇਰਾ 4-5 ਘੰਟੇ 'ਚ ਉੱਥੇ ਪਹੁੰਚ ਜਾਣਾ। ਤੁਸੀਂ ਕਿਹਾ ਕਿ ਕਰੋਨਾ ਬਿਮਾਰੀ ਨਹੀਂ, ਦੂਜੇ ਪਾਸੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਉਹ ਵੀ ਲੋਕਡਾਊਨ ਕਰ ਰਹੇ ਨੇ, ਆਪਣੇ ਪ੍ਰਬੰਧ ਹਦਾਇਤਾਂ ਕਰ ਰਹੇ ਨੇ। ਇਹ ਦੁਨੀਆ ਪੱਧਰ 'ਤੇ ਕਿਹਾ ਵੀ ਮਤਵਾੜਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਬਿਮਾਰੀ ਵੀ ਦੁਨੀਆ ਪੱਧਰ 'ਤੇ ਕਹੀ ਹੈ। ਜੇ ਸੈਂਟਰ ਜਿਹੜਾ ਕਰੂਗੀ ਉਹ ਸਟੇਟ ਸਰਕਾਰਾਂ ਨੂੰ ਕਰਨਾ ਪਊਗਾ। ਕੇਜਰੀਵਾਲ ਕਿੰਨਾ ਸੈਂਟਰ ਸਰਕਾਰ ਨੂੰ ਦੁਸ਼ਮਣ ਸਮਝਦਾ, ਪਰ ਕੇਜਰੀਵਾਲ ਨੇ ਪਹਿਲਾਂ ਲੋਕਡਾਊਨ ਕਰਤਾ। ਪਰ ਤੁਸੀਂ ਮੈਂ ਇੱਕ ਤੁਹਾਨੂੰ ਪੁੱਛਣਾ, ਪਿਛਲੀ ਵਾਰ ਤਾਂ ਸਾਰੀ ਦੁਨੀਆ 'ਤੇ ਬਿਮਾਰੀ ਆਈ, ਐਤਕੀ ਹੁਣ ਇਕੱਲੇ ਹਿੰਦੁਸਤਾਨ 'ਚ ਕਿਉਂ ਆ ਗਈ? ਮੇਰੀ ਗੱਲ ਸੁਣ, ਇੱਥੇ ਜੰਗ ਚੱਲ ਰਹੀ ਹੈ ਨਾ, ਜਿਹੜੀ ਸਾਰੀ ਦੁਨੀਆ ਦੀ ਨਿਗਾਹ ਲੱਗੀ ਹੈ। ਇੱਕ ਪਾਸੇ ਕਿਸਾਨ 99% ਲੋਕ, ਇੱਕ ਪਾਸੇ ਸਰਕਾਰਾਂ। ਉਹ ਮਤਲਬ ਅੱਜ ਇਕੱਲੇ ਭਾਰਤ 'ਚ ਕਿਉਂ ਬਿਮਾਰੀ ਆਈ ਹੈ? ਸਾਰੇ ਦੇਸ਼ 'ਚ ਕਿਉਂ, ਸਾਰੀ ਦੁਨੀਆ 'ਚ ਕਿਉਂ ਨਹੀਂ ਆਈ? ਜਾਣ ਕੇ ਇੱਥੇ ਜੰਗ ਤੇਜ਼ ਹੈ, ਇੱਥੇ ਜਾਣ ਕੇ ਸਾਨੂੰ ਅੰਦਰ ਬਾੜਨਾ ਚਾਹੁੰਦੇ। ਨਹੀਂ ਫਿਰ ਜੇਕਰ ਮੈਂ ਤੁਹਾਡੇ ਸ਼ਬਦਾਂ ਦੀ ਗੱਲ ਕਰਾਂ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਕਿਹੜੇ ਦਬਾਅ ਨੇ ਸੈਂਟਰ ਦੇ? ਨਹੀਂ ਸੈਂਟਰ 'ਤੇ ਦਬਾ ਕੇ ਮਿਲਣਗੇ। ਉਹਦੇ ਮੁੰਡੇ ਨੂੰ ਕੱਢੀ ਨਹੀਂ ਚਿੱਠੀ ਵੀ ਤੂੰ ਆਜਾ ਪੇਸ਼ੀ ਭੁਗਤ, ਸਮਝਿਆ? ਉਹਨਾਂ ਨੇ ਬਿਆਨ ਦਿੱਤਾ ਨਹੀਂ ਗਵਰਨਰ ਰਾਜ ਲਾ ਦਾਂਗੇ ਕਰਿਆ। ਮੈਨੂੰ ਪੱਤਰਕਾਰਾਂ ਨੇ ਪੁੱਛਿਆ। ਤੁਹਾਡੇ ਮੁਤਾਬਕ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਖਿਲਾਫ ਭੁਗਤੇ ਨਜ਼ਰ ਆ? ਨਹੀਂ, ਆਪਦੀ ਸਰਕਾਰ ਨੂੰ ਬਚਾਉਣ ਵਾਸਤੇ 100 ਬੰਦਾ 100 ਕਦਮ ਚੁੱਕਦਾ ਹੈਗਾ। ਅਸੀਂ ਆਪਦੇ ਅੰਦੋਲਨ ਨੂੰ ਬਚਾਉਣ ਵਾਸਤੇ 1000 ਕਦਮ ਚੁੱਕਾਂਗੇ। ਜਿਹਨੇ ਸਰਕਾਰ ਉਹ ਜਿਹੜੇ ਅੰਦੋਲਨ ਚਲਾਉਣਾ ਉਹਨੂੰ ਪਤਾ ਹੁੰਦਾ, ਜਿਹਨੇ ਸਰਕਾਰ ਚਲਾਉਣੀ ਆ ਉਹਨੂੰ ਪਤਾ ਹੁੰਦਾ। ਉਹ 100 ਵਾਰਾਂ ਸੋਚੂਗਾ। ਇਹ ਨਹੀਂ ਮੈਂ ਕਹਿੰਦਾ ਵੀ ਇਹ ਸਰਕਾਰ ਨਾਲ, ਸੈਂਟਰ ਸਰਕਾਰ ਨਾਲ ਮਿਲ ਕੇ ਚੱਲਦਾ ਕੈਪਟਨ, ਇਹ ਮੈਂ ਨਾ ਗੱਲ ਕਹਾਂ। ਪਰ ਆਪਦੀ ਸਰਕਾਰ ਨੂੰ ਬਚਾਉਣ ਵਾਸਤੇ ਸਭ ਕੁਛ ਕਰਨਾ ਪਊਗਾ। ਤੁਸੀਂ ਕਿਹਾ ਕਿ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ। ਮੈਂ ਅੱਜ ਸਵੇਰੇ ਅਖਬਾਰ 'ਚ ਪੜ੍ਹ ਰਿਹਾ ਸੀ ਮਮਤਾ ਹੋਰਾਂ ਨੇ ਆਪਣੀਆਂ ਵੱਡੀਆਂ ਰੈਲੀਆਂ ਕੈਂਸਲ ਕਰਤੀਆਂ ਕਰੋਨਾ ਨੂੰ ਲੈ ਕੇ, ਪਰ ਉਹ ਤਾਂ ਫਿਰ ਸੈਂਟਰ ਦੇ ਬਿਲਕੁਲ ਖਿਲਾਫ ਹੈ ਮਮਤਾ। ਆਹੋ ਮੇਰੇ ਦੇਖੋ, ਉਹਨੇ ਇੱਕ ਆਪਦੀ ਸਮਝ ਰੱਖਦਾ, ਕੋਈ ਰਾਜਨੀਤਿਕ ਬੰਦਾ ਹੈਗਾ। ਉੱਥੇ ਇਹ ਵਿਰੋਧ ਹੁੰਦਾ ਹੋਵੇ ਲੋਕਾਂ ਦਾ ਵੀ ਇਹਨਾਂ ਨੂੰ ਆਪਦੀਆਂ ਵੋਟਾਂ ਦੀ ਬਣੀ ਹੈ, ਲੋਕ ਮਰ ਰਹੇ ਨੇ ਜੀ, ਬਿਮਾਰੀ ਆ ਰਹੀ ਹੈ, ਇਹਨਾਂ ਨੇ ਆਪਦਾ ਰਾਜਨੀਤਿਕ ਫਾਇਦਾ ਸੋਚਣਾ ਹੈ ਵੀ ਕੀ ਸਾਨੂੰ ਕੈਂਸਲ ਕਰਨ 'ਚ ਫਾਇਦਾ ਹੈ ਕਿ ਸਾਨੂੰ ਵੱਡੀ ਰੈਲੀ ਕਰਨ 'ਚ ਫਾਇਦਾ ਹੈਗਾ। ਅਤੇ ਅਸੀਂ ਤਾਂ ਗੱਲ ਕਰਕੇ ਕੋਈ ਕੈਂਸਲ ਨਹੀਂ ਕਰੀ। ਤੁਹਾਡੇ ਸਾਹਮਣੇ ਹੈਗੇ ਬਲਦੇਵ ਮਾਨ ਦੀ ਵਰਸੀ ਵੀ ਮਨਾਈ ਹੈ ਅਤੇ 15,000 ਦਾ ਇਕੱਠ ਵੀ ਹੈਗਾ ਸੀਗਾ। ਉਹਨਾਂ ਨੇ ਰਾਜਨੀਤਿਕ ਫੈਸਲਾ ਸੋਚਣਾ, ਸਾਨੂੰ ਫਾਇਦਾ ਕਾਹਦੇ 'ਚ? ਅੱਗੇ ਹੁਣ ਸੰਯੁਕਤ ਕਿਸਾਨ ਮੋਰਚਾ ਵੱਡੀ ਕਾਲ ਕਦੋਂ ਦਊਗਾ ਕਿਸਾਨਾਂ ਨੂੰ? 24 ਤਰੀਕ ਦੀ ਮੀਟਿੰਗ ਹੈ। ਮੇਰੀ ਰਾਏ ਉੱਥੇ ਹੋਊਗੀ ਕਿ MP ਨੂੰ 48 ਘੰਟੇ ਰੋਕਿਆ ਜਾਵੇ, ਠੀਕ ਹੈ ਨਾ ਗੱਲ? ਉਦੋਂ ਗਾਹਾਂ ਫੇਰ ਕਿਤੇ ਵਧਾ ਲਾਂਗੇ, ਇੱਧਰ ਨੂੰ ਜਾਵਾਂਗੇ। ਸੋ ਧੰਨਵਾਦ ਮਾਨਸਾ ਜੀ। ਇਹ ਸਨ ਸਾਡੇ ਨਾਲ ਵੱਡੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਿਨ੍ਹਾਂ ਨੇ ਬੇਬਾਕ ਤਰੀਕੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਅਤੁਲ ਵਰਮਾ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੂ, ਪਟਿਆਲਾ।